ਯੂਕਰੇਨ ਰੂਸ ਦੀ ਜੰਗ ਦੇ ਦਰਮਿਆਨ ਮੀਡੀਆ 'ਚ ਖਬਰਾਂ ਦੌੜੀਆਂ ਭੱਜੀਆਂ ਫਿਰਦੀਆਂ ਨੇ ਕਿ ਕੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਰਮਾਣੂ ਬਟਨ ਨੱਪ ਸਕਦੇ ਨੇ। ਕੀ ਰੂਸ ਇਸ ਜੰਗ ਦੌਰਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ। ਇਸ ਵਿਪਤਾ ਦੇ ਮੌਕੇ ਤੇ ਰੂਸ ਦੇ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਆਦੇਸ਼ ਚਰਚਾ ਦਾ ਵਿਸ਼ਾ ਹੈ, ਜਿਸ ਵਿੱਚ ਉਹਨਾਂ ਨੇ ਆਪਣੀ ਫੌਜ ਨੂੰ ਵਿਸ਼ੇਸ਼ ਅਲਰਟ ਰੱਖਣ ਲਈ ਆਖਿਆ ਸੀ ਅਤੇ ਇਹਨਾਂ ਦੇ ਵਿੱਚ ਪਰਮਾਣੂ ਹਥਿਆਰ ਵੀ ਸ਼ਾਮਲ ਨੇ। ਉਂਝ ਭਾਵੇਂ ਉਹਨਾਂ ਦੇ ਇਸ ਐਲਾਨ ਦਾ ਮਤਲਬ ਇਹ ਨਹੀਂ ਸੀ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ, ਪਰ ਉਹਨਾਂ ਦੇ ਇਸ ਐਲਾਨ ਨੇ ਦੁਨੀਆ 'ਚ ਪਰਮਾਣੂ ਹਥਿਆਰਾਂ ਬਾਰੇ ਚਰਚਾ ਜ਼ਰੂਰ ਛੇੜ ਦਿੱਤੀ ਹੈ। ਸ਼ੀਤ ਯੁੱਧ ਦੇ ਦੌਰ ਤੋਂ ਬਾਅਦ ਭਾਵੇਂ ਪਰਮਾਣੂ ਹਥਿਆਰਾਂ ਦੇ ਭੰਡਾਰ 'ਚ ਬਹੁਤ ਕਮੀ ਆਈ ਹੈ, ਪਰ ਅਜੇ ਵੀ ਸੰਸਾਰ 'ਚ ਸੈਂਕੜੇ ਪਰਮਾਣੂ ਹਥਿਆਰ ਨੇ ਜਿਨ੍ਹਾਂ ਨੂੰ ਬਹੁਤ ਹੀ ਥੋੜੇ ਸਮੇਂ 'ਚ ਦਾਗਿਆ ਜਾ ਸਕਦਾ ਹੈ। ਆਖਰ ਕੀ ਹੁੰਦੇ ਨੇ ਇਹ ਪਰਮਾਣੂ ਹਥਿਆਰ ਜਿਨ੍ਹਾਂ ਦਾ ਇੰਨਾ ਖੌਫ ਹੈ? ਦਰਅਸਲ ਇਹ ਬਹੁਤ ਸ਼ਕਤੀਸ਼ਾਲੀ ਬੰਬ ਨੇ। ਪਰਮਾਣੂ ਕਣਾਂ ਨੂੰ ਜੋੜ ਕੇ ਜਾਂ ਫਿਰ ਉਹਨਾਂ ਨੂੰ ਤੋੜ ਕੇ ਇਹਨਾਂ ਬੰਬਾਂ ਨੂੰ ਤਾਕਤ ਮਿਲਦੀ ਹੈ। ਇਸ ਨੂੰ ਵਿਗਿਆਨ ਦੀ ਭਾਸ਼ਾ ਦੇ ਵਿੱਚ ਫਿਊਜ਼ਨ ਜਾਂ ਫਿਸ਼ਨ ਕਿਹਾ ਜਾਂਦਾ ਹੈ। ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਵੱਡੀ ਮਾਤਰਾ ਦੇ ਵਿੱਚ ਰੇਡੀਏਸ਼ਨ ਨਿਕਲਦਾ ਹੈ ਤੇ ਇਸ ਦਾ ਅਸਰ ਵਿਸਫੋਟ ਤੋਂ ਬਾਅਦ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਖਤਰਨਾਕ ਪਰਮਾਣੂ ਹਥਿਆਰਾਂ ਦੀ ਵਰਤੋਂ ਕਦੋਂ ਹੋਈ ਸੀ? ਤੁਹਾਨੂੰ ਦੱਸ ਦਈਏ ਕਿ ਦੁਨੀਆ 'ਚ ਹੁਣ ਤੱਕ 2 ਵਾਰ ਪਰਮਾਣੂ ਬੰਬ ਦੇ ਹਮਲੇ ਹੋ ਚੁੱਕੇ ਨੇ, ਜਿਨ੍ਹਾਂ ਨੇ ਬਹੁਤ ਭਿਆਨਕ ਨੁਕਸਾਨ ਕੀਤਾ ਸੀ। ਅੱਜ ਤੋਂ ਲਗਭਗ 77 ਸਾਲ ਪਹਿਲਾਂ ਇਹ ਦੋਵੇਂ ਹਮਲੇ ਅਮਰੀਕਾ ਨੇ ਕੀਤੇ ਸਨ, ਜਦੋਂ ਉਸਨੇ ਜਾਪਾਨ ਦੇ 2 ਸ਼ਹਿਰਾਂ ਤੇ ਪਰਮਾਣੂ ਬੰਬ ਸੁੱਟੇ ਸਨ। ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਹੀਰੋਸ਼ੀਮਾ ਦੇ ਵਿੱਚ 80,000 ਅਤੇ ਨਾਗਾਸਾਕੀ ਦੇ ਵਿੱਚ ਕਰੀਬ 70,000 ਤੋਂ ਵੱਧ ਲੋਕ ਮਾਰੇ ਗਏ ਸਨ। ਦੁਨੀਆ 'ਚ ਇਸ ਸਮੇਂ 9 ਦੇਸ਼ਾਂ ਦੇ ਕੋਲ ਪਰਮਾਣੂ ਹਥਿਆਰ ਨੇ। ਇਹ ਦੇਸ਼ ਨੇ ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰੀ ਕੋਰੀਆ। ਹਾਲਾਂਕਿ ਕੋਈ ਵੀ ਦੇਸ਼ ਆਪਣੇ ਪਰਮਾਣੂ ਹਥਿਆਰਾਂ ਬਾਰੇ ਖੁੱਲ੍ਹ ਕੇ ਨਹੀਂ ਦੱਸਦਾ, ਪਰ ਮੰਨਿਆ ਜਾਂਦਾ ਹੈ ਕਿ ਪਰਮਾਣੂ ਸ਼ਕਤੀ ਨਾਲ ਲੈਸ ਦੇਸ਼ਾਂ ਦੀ ਫੌਜ ਕੋਲ 9,000 ਤੋਂ ਵੱਧ ਪਰਮਾਣੂ ਹਥਿਆਰ ਹੁੰਦੇ ਨੇ। ਸਵੀਡਨ ਸਥਿਤ ਸੰਸਥਾ ਥਿੰਕ ਟੈਂਕ ਸਿਪਰੀ ਮੀਨਸ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਨੇ ਲੰਘੇ ਸਾਲ 'ਚ ਆਪਣੀ ਇੱਕ ਰਿਪੋਰਟ 'ਚ ਦੱਸਿਆ ਸੀ ਕਿ 2020 ਦੀ ਸ਼ੁਰੂਆਤ 'ਚ ਇਹਨਾਂ 9 ਦੇਸ਼ਾਂ ਦੇ ਕੋਲ ਲਗਭਗ 13,400 ਪਰਮਾਣੂ ਹਥਿਆਰ ਸਨ, ਜਿਨ੍ਹਾਂ 'ਚੋਂ 3,720 ਉਹਨਾਂ ਦੀਆਂ ਫੌਜਾਂ ਦੇ ਕੋਲ ਤੈਨਾਤ ਸਨ। ਸਿਪਰੀ ਦੇ ਮੁਤਾਬਕ ਇਹਨਾਂ 'ਚੋਂ ਲਗਭਗ 1,800 ਹਥਿਆਰ ਹਾਈ ਅਲਰਟ ਤੇ ਰਹਿੰਦੇ ਨੇ, ਜਿਸ ਦਾ ਮਤਲਬ ਹੈ ਕਿ ਉਹਨਾਂ ਨੂੰ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਦਾਗਿਆ ਜਾ ਸਕਦਾ ਹੈ। ਇਹਨਾਂ ਹਥਿਆਰਾਂ 'ਚੋਂ ਜ਼ਿਆਦਾਤਰ ਹਥਿਆਰ ਅਮਰੀਕਾ ਅਤੇ ਰੂਸ ਕੋਲ ਨੇ। ਸਿਪਰੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਕੋਲ 2020 ਤੱਕ 5800 ਅਤੇ ਰੂਸ ਦੇ ਕੋਲ 6375 ਦੇ ਲਗਭਗ ਪਰਮਾਣੂ ਹਥਿਆਰ ਸਨ। ਸਿਪਰੀ ਦੀ ਰਿਪੋਰਟ ਦੇ ਮੁਤਾਬਕ ਪਰਮਾਣੂ ਹਥਿਆਰਾਂ ਦੇ ਮਾਮਲੇ 'ਚ ਭਾਰਤ ਦੇ ਗੁਆਂਢੀ ਦੇਸ਼ ਚੀਨ ਅਤੇ ਪਾਕਿਸਤਾਨ ਭਾਰਤ ਤੋਂ ਵੀ ਅੱਗੇ ਨੇ। ਰਿਪੋਰਟ ਦੇ ਅਨੁਸਾਰ 2021 ਤੱਕ ਜਿੱਥੇ ਭਾਰਤ ਦੇ ਕੋਲ 150 ਪਰਮਾਣੂ ਹਥਿਆਰ ਸਨ, ਉੱਥੇ ਹੀ ਪਾਕਿਸਤਾਨ ਦੇ ਕੋਲ 160 ਅਤੇ ਚੀਨ ਦੇ ਕੋਲ 320 ਪਰਮਾਣੂ ਹਥਿਆਰ ਸਨ। 1970 ਦੇ ਵਿੱਚ 190 ਦੇਸ਼ਾਂ ਵਿਚਕਾਰ ਪਰਮਾਣੂ ਹਥਿਆਰਾਂ ਦੀ ਸੀਮਾ ਸੀਮਤ ਕਰਨ ਲਈ ਇੱਕ ਸੰਧੀ ਹੋਈ ਸੀ, ਜਿਸ ਦਾ ਨਾਮ ਹੈ ਪਰਮਾਣੂ ਅਪ੍ਰਸਾਰ ਸੰਧੀ ਜਾਂ NPT। ਇਸ ਵਿੱਚ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ ਅਤੇ ਚੀਨ ਵੀ ਸ਼ਾਮਲ ਨੇ, ਪਰ ਭਾਰਤ, ਪਾਕਿਸਤਾਨ ਅਤੇ ਇਜ਼ਰਾਈਲ ਨੇ ਕਦੇ ਵੀ ਇਸ ਤੇ ਦਸਤਖਤ ਨਹੀਂ ਕੀਤੇ ਅਤੇ ਉੱਤਰੀ ਕੋਰੀਆ ਸਾਲ 2003 ਵਿੱਚ ਇਸ ਤੋਂ ਅਲੱਗ ਹੋ ਗਿਆ ਸੀ। ਇਸ ਸੰਧੀ ਦੇ ਤਹਿਤ ਸਿਰਫ 5 ਦੇਸ਼ਾਂ ਨੂੰ ਪਰਮਾਣੂ ਹਥਿਆਰਾਂ ਨਾਲ ਲੈਸ ਮੁਲਕ ਮੰਨਿਆ ਗਿਆ ਹੈ। ਇਹਨਾਂ ਨੇ ਸੰਧੀ ਦੇ ਲਾਗੂ ਹੋਣ ਲਈ ਤੈਅ ਕੀਤੇ ਸਾਲ 1967 ਤੋਂ ਪਹਿਲਾਂ ਹੀ ਪਰਮਾਣੂ ਹਥਿਆਰਾਂ ਦਾ ਪਰੀਖਣ ਕਰ ਲਿਆ ਸੀ। ਇਹ ਦੇਸ਼ ਨੇ ਅਮਰੀਕਾ, ਰੂਸ, ਫਰਾਂਸ, ਬ੍ਰਿਟੇਨ ਅਤੇ ਚੀਨ। ਸੰਧੀ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਦੇਸ਼ ਹਮੇਸ਼ਾ ਲਈ ਆਪਣੇ ਹਥਿਆਰਾਂ ਦੇ ਭੰਡਾਰ ਨੂੰ ਨਹੀਂ ਰੱਖ ਸਕਦੇ, ਮਤਲਬ ਉਹਨਾਂ ਨੂੰ ਇਹਨਾਂ ਨੂੰ ਘੱਟ ਕਰਦੇ ਰਹਿਣਾ ਪਵੇਗਾ ਤੇ ਨਾਲ ਹੀ ਇਹਨਾਂ ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਤੇ ਪਰਮਾਣੂ ਹਥਿਆਰ ਬਣਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਸੰਧੀ ਤੋਂ ਬਾਅਦ ਅਮਰੀਕਾ, ਬ੍ਰਿਟੇਨ ਅਤੇ ਰੂਸ ਨੇ ਆਪਣੇ ਹਥਿਆਰਾਂ ਦੀ ਗਿਣਤੀ ਦੇ ਵਿੱਚ ਕਟੌਤੀ ਕਰ ਦਿੱਤੀ ਸੀ, ਪਰ ਕਿਹਾ ਜਾਂਦਾ ਹੈ ਕਿ ਫਰਾਂਸ ਅਤੇ ਇਜ਼ਰਾਈਲ ਦੇ ਹਥਿਆਰਾਂ ਦੀ ਸੰਖਿਆ ਲਗਭਗ ਜਿਉਂ ਦੀ ਤਿਉਂ ਹੈ। ਇਸ ਦੇ ਨਾਲ ਹੀ ਭਾਰਤ, ਪਾਕਿਸਤਾਨ, ਚੀਨ ਅਤੇ ਉੱਤਰੀ ਕੋਰੀਆ ਬਾਰੇ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ ਨੇ ਕਿਹਾ ਸੀ ਕਿ ਇਹ ਦੇਸ਼ ਆਪਣੇ ਪਰਮਾਣੂ ਹਥਿਆਰਾਂ ਦੀ ਸੰਖਿਆ ਲਗਾਤਾਰ ਆਏ ਦਿਨ ਵਧਾਉਂਦੇ ਜਾ ਰਹੇ ਨੇ।
ਹੁਣ ਰੂਸ ਯੂਕਰੇਨ ਦੀ ਲੜਾਈ ਦੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਦੀਆਂ ਕਾਰਵਾਈਆਂ ਤੇ ਧਿਆਨ ਦੇਣਾ ਬਣਦਾ ਹੈ, ਜਿਨ੍ਹਾਂ ਨੇ ਆਪਣੇ ਮੁਲਕ ਦੇ ਪਰਮਾਣੂ ਬਲਾਂ ਨੂੰ ਖਾਸ ਅਲਰਟ ਤੇ ਰੱਖਿਆ ਹੋਇਆ ਤੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਕੋਈ ਵੀ ਬਾਹਰ ਦਾ ਇਸ ਵਿੱਚ ਦਖਲ ਅੰਦਾਜ਼ੀ ਕਰਨ ਦੀ ਸੋਚੇਗਾ ਤਾਂ ਉਸ ਨੂੰ ਅਜਿਹੇ ਨਤੀਜੇ ਭੁਗਤਣੇ ਪੈ ਸਕਦੇ ਨੇ ਜੋ ਉਸ ਨੇ ਕਦੇ ਇਤਿਹਾਸ ਵਿੱਚ ਦੇਖੇ ਨਹੀਂ ਹੋਣਗੇ। ਪੁਤਿਨ ਨੇ ਹਰ ਵਾਰ ਉਹ ਕੀਤਾ ਜੋ ਲੱਗਦਾ ਸੀ ਕਿ ਪੁਤਿਨ ਸ਼ਾਇਦ ਨਹੀਂ ਕਰਨਗੇ। ਪੁਤਿਨ ਨੇ ਕ੍ਰੀਮੀਆ ਉੱਪਰ ਕਬਜ਼ਾ ਕੀਤਾ। ਪੁਤਿਨ ਨੇ ਡੋਨਬਾਸ 'ਚ ਜੰਗ ਛੇੜੀ। ਹੁਣ ਵੀ ਲੱਗਦਾ ਸੀ ਕਿ ਪੁਤਿਨ ਯੂਕਰੇਨ ਉੱਪਰ ਹਮਲਾ ਨਹੀਂ ਕਰਨਗੇ, ਪਰ ਉਹਨਾਂ ਨੇ ਕੀਤਾ। ਪੁਤਿਨ ਦੇ ਮਾਮਲੇ ਦੇ ਵਿੱਚ ਇਹ ਗੱਲ ਲਾਗੂ ਨਹੀਂ ਹੁੰਦੀ ਕਿ ਉਹ ਅਜਿਹਾ ਕਦੇ ਨਹੀਂ ਕਰਨਗੇ। ਇਸੇ ਕਾਰਨ ਇੱਕ ਪਰੇਸ਼ਾਨ ਕਰਨ ਵਾਲਾ ਸਵਾਲ ਖੜਾ ਹੋ ਜਾਂਦਾ ਹੈ ਕਿ ਕਿਤੇ ਪੁਤਿਨ ਅੱਗੇ ਹੋ ਕੇ ਪਰਮਾਣੂ ਬਟਨ ਹੀ ਨਾ ਦੱਬ ਦੇਣ।